हाँ जी स्टूडेंट्स वेलकम। अज आपां तुहाडा पेपर रीडिंग एंड रिफ्लैक्टिंग ऑन टैक्सट इहदे सिलेबस बारे डिस्कस करांगे। इहदे सिलेबस ते लॉन्ग क्वेश्चन ते शॉर्ट नोट्स तुहाडे पेपर दे विच की पॉसीबिलिटी है। जिहड़ा ये पेपर आ पहलां इहनूं अंडरस्टैंड करना है तुसीं कि ये जिहड़ा पेपर आ ये किस हिसाब दा है कि इहदे विच पुछया जा सकदा है। रीडिंग स्किल आ जिहड़ी ਉਹਦੇ बेस ਦੇ ਉੱਤੇ ਅਸੀਂ ਕਹਿੰਦੇ ਕਿ रीडिंग स्किल ਬਾਰੇ ਜਿਹੜੀ ਤੁਹਾਨੂੰ ਪੂਰੀ ਇੱਕ रीडिंग स्किल ਦਾ ਪੂਰਾ ਨੌਲੇਜ ਲੈਣੀ ਆ ਤੁਸੀਂ। रीडिंग स्किल ਦੇ ਵਿੱਚ NPE 1986 ਤੇ NCF 2005 ਇਹ ਦੋਨਾਂ ਦੇ ਵਿੱਚ ਡਿਟੇਲਡ ਸਟੱਡੀ ਆ ਤੁਹਾਡੀ। ਜਿਵੇਂ ਇਹਦੇ ਵਿੱਚ ਅਸੀਂ ਕਹਾਂਗੇ NPE ਦੇ ਅਕੋਰਡਿੰਗ ਬੋਥ ਪਾਰਟ ਕੰਪਰੀਹੈਂਸਿਵ ਸਟੱਡੀ ਕੰਪਰੀਹੈਂਸਿਵ ਰੀਡਿੰਗ ਤੇ NCF ਨੈਸ਼ਨਲ ਕਰਿਕੂਲਮ ਫਰੇਮਵਰਕ ਦੇ ਅਕੋਰਡਿੰਗ ਜਿਹੜਾ ਕੰਪਰੀਹੈਂਸਿਵ ਰੀਡਿੰਗ ਆ ਉਹਦੇ ਬਾਰੇ ਕੀ ਆ ਇਹਨਾਂ ਦਾ ਪੋਲਿਸੀ। ਉਸ ਤੋਂ ਬਾਅਦ ਇਹਨਾਂ ਦੀ ਕ੍ਰਿਟੀਕਲ ਜਿਹੜੀ ਰੀਡਿੰਗ ਆ ਕ੍ਰਿਟੀਕਲ ਅਸੀਂ ਇਹਨਾਂ ਬਾਰੇ ਪੜ੍ਹਨਾ ਹੈ। ਇਹਨਾਂ ਦੀ ਆਲੋਚਨਾਤਮਕ ਅਧਿਐਨ ਕਰਨਾ ਹੈ NPE ਦਾ ਵੀ ਤੇ NCF ਦਾ ਵੀ। ਤਾਂ ਇਹਨਾਂ ਦੋਨਾਂ ਦੇ ਵਿੱਚ ਘੱਟੋ ਘੱਟ ਤਿੰਨ ਕੁਐਸਚਨ ਨੇ ਜਿਹੜੇ ਉਹ ਤੁਹਾਡੇ ਬਣਦੇ ਨੇ ਇਹਨਾਂ ਦੇ ਵਿੱਚ ਇੱਥੇ ਇਸ ਲੈਸਨ ਦੇ ਵਿੱਚ। ਤਾਂ ਤੁਸੀਂ ਰੀਡਿੰਗ ਕਿਉਂਕਿ ਇੱਥੇ ਰੀਡਿੰਗ ਲਿਖਿਆ ਨਹੀਂ ਹੋਇਆ ਪਰ ਤੁਸੀਂ ਰੀਡਿੰਗ ਨਾਲ ਰੀਡਿੰਗ ਸਕਿੱਲ ਬਾਰੇ ਜਿਹੜੇ ਕੁਐਸਚਨ ਨੇ ਰੀਡਿੰਗ ਸਕਿੱਲ ਕਿਵੇਂ ਡਿਵੈਲਪ ਕਰਨੀ ਆ ਬੱਚਿਆਂ 'ਚ ਰੀਡਿੰਗ ਸਕਿੱਲ ਹੁੰਦੀ ਕੀ ਆ ਤਾਂ ਇੱਕ ਅਧਿਆਪਕ ਦੇ ਤੌਰ 'ਤੇ ਇਸ ਤਰ੍ਹਾਂ ਦੇ ਇੱਕ ਦੋ ਜਿਹੜੀ ਕੁਐਸਚਨਾਂ ਦੀ ਨੌਲੇਜ ਤੁਸੀਂ ਲੈਣੀ ਆ। फिर रिफ्लैक्शन ऑन कोर करिकुलम इत्थे भी NPE 1986 ते 2005 वाला नैशनल करिकुलम फ्रेमवर्क आ। हुण इहदे विच रिफ्लैक्टिव स्टडी की करनी है तुसी एम्स ऑफ एजुकेशन दा क्वेश्चन अकॉर्डिंग टू NPE एंड NCF दोनों के अकॉर्डिंग इट मीनस दो क्वेश्चन ने दो ये ते दो ये इवैल्यूएशन वाले। ਤਾਂ ਇਸ ਤਰ੍ਹਾਂ 12 ਕੁਐਸਚਨ ਤੁਹਾਡੇ ਇਸ ਸੈਕਸ਼ਨ ਦੇ ਵਿੱਚ ਘੱਟੋ ਘੱਟ ਬਣਦੇ ਨੇ। 12 ਦੇ ਵੀ 15 ਕਹੋ ਤੁਸੀਂ ਜਿਹੜੇ ਰੀਡਿੰਗ ਸਕਿੱਲ ਵਾਲੇ ਹਿਡਨ ਨੇ ਉਹਨਾਂ ਵਿੱਚ ਕੋਈ ਵੀ ਆ ਸਕਦਾ ਹੈ। ਫਿਰ ਸੈਕਸ਼ਨ B ਆ। ਸੈਕਸ਼ਨ B ਦੇ ਵਿੱਚ ਦੋ ਲੈਸਨ ਨੇ। ਸਿਲੇਬਸ ਦੇਖਣ ਨੂੰ ਬਹੁਤ ਥੋੜ੍ਹਾ ਲੱਗਦਾ ਹੈ ਪਰ ਇਹਦੇ ਵਿੱਚ ਜਿਹੜੇ ਕੁਐਸਚਨ ਨੇ ਉਹ ਸਾਰੇ ਕਰਨੇ ਨੇ ਤੁਸੀਂ। ਰੀਡਿੰਗ ਆਫ ਟੈਕਸਟ ਬੁੱਕਸ ਕਿਹੜੀਆਂ ਟੈਕਸਟ ਬੁੱਕਸ ਦੀ ਕ੍ਰਿਟੀਕਲ ਰੀਡਿੰਗ ਆ ਇਹਦੇ ਵਿੱਚ 8ਵੀਂ ਤੇ 9ਵੀਂ ਦੀ। ਸਾਇੰਸ ਸੋਸ਼ਲ ਸਾਇੰਸ ਮੈਥਮੈਟਿਕਸ ਐਂਡ ਲੈਂਗੁਏਜ ਚਾਰ ਤਰ੍ਹਾਂ ਦੀਆਂ ਜਿਹੜੀਆਂ ਬੁੱਕਸ ਨੇ ਇਹ 8ਵੀਂ ਤੇ 9ਵੀਂ ਦੀਆਂ ਇਹਨਾਂ ਦੀ ਰੀਡਿੰਗ ਦੇ ਸੰਦਰਭ ਵਿੱਚ ਇਹਨਾਂ ਦੀ ਅਸੀਂ ਵਿਆਖਿਆ ਕਰਨੀ ਆ। ਤਾਂ ਇਹਦੇ ਵਿੱਚ ਕਿਵੇਂ ਵੀ ਕੁਐਸਚਨ ਬਣ ਕੇ ਆ ਸਕਦਾ ਤੁਹਾਨੂੰ ਮੀਨਿੰਗ ਡੈਫੀਨੇਸ਼ਨ ਦੇ ਨਾਲ ਕੋਈ ਵੀ ਸਬਜੈਕਟ ਆ ਸਕਦਾ ਜਾਂ ਸਾਰੇ ਆ ਸਕਦੇ ਨੇ ਕਿਸੇ ਵੀ ਢੰਗ ਨਾਲ ਕੁਐਸਚਨ ਆ ਜਿਹੜਾ ਉਹ ਆ ਸਕਦਾ ਹੈ। फिर रिफ्लैक्शन ऑन कोर जिहड़े ये क्लासां ने ये सब्जैक्ट ने इन्हां बुक्स दे विच जेंडर एनवायरनमेंट ते हैल्थ दे इशू ने जिहड़े इन्हां दे संदर्भ विच की पाठ पुस्तकां दे विच की कहा गया है इत्थे ये टॉपिक आ। तां 3 टॉपिक तुहाडे इहदे बनदे ने। इसे तरह इहदे बन रहे ने टॉपिक तां तुहाडे जिहड़े टोटल ਤੁਸੀਂ ਦੇਖਣੇ ਨੇ ਵੀ ਅਸੀਂ ਕਿੰਨੇ ਲੌਂਗ ਕੁਐਸਚਨ ਕਰਨੇ ਨੇ ਇਸ ਪੇਪਰ ਦੇ ਵਿੱਚ। ਤਾਂ ਲੌਂਗ ਕੁਐਸਚਨ ਨੇ ਜਿਹੜੇ ਉਹਨਾਂ ਦੀ ਇੱਕ ਤੁਹਾਨੂੰ ਮੇਨ ਗੱਲ ਇਹ ਆ ਕਿ ਪਿਛਲੇ ਪੇਪਰ ਜਿਹੜੇ ਆਏ ਹੋਏ ਨੇ ਪਿਛਲੇ ਸਾਲਾਂ ਵਾਲੇ ਉਹਨਾਂ ਨੂੰ ਜ਼ਰੂਰ ਪੜ੍ਹਨਾ ਹੈ ਦੇਖਣਾ ਹੈ ਤੁਸੀਂ ਕਿਵੇਂ ਕੁਐਸਚਨ ਆਉਂਦੇ ਨੇ ਪੇਪਰ ਦੇ ਵਿੱਚ। ਤਾਂ ਜਿਹੜਾ ਸਿਲੇਬਸ ਆ ਉਹਨੂੰ ਚੰਗੀ ਤਰ੍ਹਾਂ ਤੁਸੀਂ ਦੇਖਣਾ ਕਿ ਕਿਹੜਾ ਕੁਐਸਚਨ ਕਿਵੇਂ ਬਣਦਾ ਹੈ। ਅੱਗੇ ਅਸੀਂ ਸ਼ਾਰਟ ਨੋਟਸ ਦੇਖਦੇ ਹਾਂ। ਸ਼ਾਰਟ ਨੋਟਸ ਕਿਹੜੇ ਆ ਸਕਦੇ ਨੇ ਇਸ ਪੇਪਰ ਦੇ ਵਿੱਚ। हाँ जी शॉर्ट नोट्स के विच सैक्शन ए की गल करांगे। पहला ये मीनिंग डैफिनेशन ऑफ रीडिंग बारे सारी तुहाडी जानकारी होनी चाहिए है तुहानूं। करैक्टरिस्टिक्स ऑफ रीडिंग दी विशेषतावां वाचन जिन्हों बोलते हो तुसीं। डिफरेंस बिटवीन लाउड रीडिंग एंड साइलेंट रीडिंग उच्ची वाचन ते मौन वाचन विच अंतर। सूखम अते स्थूल वाचन विच अंतर। वाचन विकास के पड़ाव स्टेजिज ऑफ रीडिंग डिवेलपमेंट। लैवल्स ऑफ कंप्रीहेंशन बोध के पद्धर। कंपोनेंट्स ऑफ रीडिंग वाचन के भाग जां खंड। वाचन एक संचार प्रक्रिया।
ਵਾਟ ਡੂ ਯੂ ਮੀਨ ਬਾਏ ਰੀਡਿੰਗ ਕੰਪਰੀਹੈਂਸ਼ਨ, ਵਾਚਨ ਬੋਧ ਤੋਂ ਤੁਸੀਂ ਕੀ ਭਾਵ ਲੈਂਦੇ ਹੋ। ਵਾਚਨ ਦੇ ਉਦੇਸ਼, ਵਾਚਨ ਦੀਆਂ ਸਮੱਸਿਆਵਾਂ, ਅੱਖਰ ਜੋੜ ਕੇ ਪੜ੍ਹਨਾ ਕੀ ਹੁੰਦਾ ਏ, ਵਾਚਨ ਵਿੱਚ ਗਲਤ ਅਨੁਮਾਨ ਲਗਾਉਣਾ ਜਾਂ ਡੀਕੋਡਿੰਗ ਦੀਆਂ ਗਲਤੀਆਂ ਕਿਹੜੀਆਂ ਹੁੰਦੀਆਂ ਨੇ। ਫਿਰ ਹੈਗਾ ਫੈਕਟਰਸ ਇਨਫਲੂਐਂਸਿੰਗ ਐਕੁਜੀਸ਼ਨ ਆਫ ਰੀਡਿੰਗ ਐਬਿਲਿਟੀਜ਼, ਵਾਚਨ ਯੋਗਤਾ ਨੂੰ ਗ੍ਰਹਿਣ ਕਰਨ ਦੇ ਪ੍ਰਭਾਵੀ ਕਾਰਨ, ਲੈਕਸੀਕਲ ਕੰਪਰੀਹੈਂਸ਼ਨ। ਅੱਗੇ ਹੈਗਾ ਵਿਦਿਆਰਥੀਆਂ ਦੇ ਵਾਚਨ ਬੋਧ ਨੂੰ ਸੁਧਾਰਨਾ। ਰਾਸ਼ਟਰੀ ਸਿੱਖਿਆ ਨੀਤੀ ਸੰਖੇਪ ਵਿੱਚ ਓਵਰਵਿਊ ਦੱਸਣਾ ਹੈ ਤੁਸੀਂ ਇਹਦੇ ਵਿੱਚ। ਸਿੱਖਿਆ ਨੀਤੀ ਦੀ ਲੋੜ ਕੀ ਆ। ਰਿਕਮੈਂਡੇਸ਼ਨਸ ਆਫ NPE ਲਾਈਨਾਂ 'ਚ ਕਨਵਰਟ ਕਰਕੇ ਰਿਕਮੈਂਡੇਸ਼ਨਸ ਤੁਸੀਂ ਇਹਦੀਆਂ ਦੱਸਣੀਆਂ ਨੇ। ਮੈਰਿਟਸ ਆਫ NPE, ਇਹਦੀਆਂ ਜਿਹੜੀਆਂ ਗੁਣ ਨੇ ਉਹ, ਇਹਦੀਆਂ ਸੀਮਾਵਾਂ ਲਿਮਿਟੇਸ਼ਨਸ। ਮੀਨਿੰਗ ਆਫ ਰਿਫਲੈਕਟਿਵ ਰੀਡਿੰਗ, ਚਿੰਤਨਸ਼ੀਲ ਵਾਚਨ ਕੀ ਹੁੰਦਾ ਏ। ਆਪਰੇਸ਼ਨ ਬਲੈਕਬੋਰਡ ਕੀ ਆ। ਏਮਸ ਆਫ ਐਜੂਕੇਸ਼ਨ ਅਕੋਰਡਿੰਗ ਟੂ NPE 1986। ਫਿਰ ਅੱਗੇ ਹੈਗਾ ਰੀਓਰੀਐਂਟਿੰਗ ਦਾ ਕੰਟੈਂਟ ਐਂਡ ਪ੍ਰੋਸੈਸ ਆਫ ਐਜੂਕੇਸ਼ਨ, ਕੀ ਹੁੰਦਾ ਇਹ। ਡੈਫੀਨੇਸ਼ਨ ਰਿਫਲੈਕਟਿਵ ਪਰਸਪੈਕਟਿਵ ਦੀ, ਰਿਫਲੈਕਟਿਵ ਪ੍ਰੈਕਟਿਸ ਜਿਹੜਾ ਫਰੇਮਵਰਕ ਐਂਡ ਮੋਡ, ਢਾਂਚਾ ਤੇ ਢੰਗ। ਫਿਰ ਚਿੰਤਨ ਦੀਆਂ ਕਾਰਜਨੀਤੀਆਂ। ਉਦੋਂ ਬਾਅਦ ਹੈਗਾ ਮੈਰਿਟਸ ਤੇ ਡੀਮੈਰਿਟਸ, ਰਿਫਲੈਕਟਿਵ ਪ੍ਰੈਕਟਿਸ ਦੇ ਗਾਈਡਿੰਗ ਪ੍ਰਿੰਸੀਪਲਸ ਨੇ। ਰਾਸ਼ਟਰੀ ਪਾਠਕ੍ਰਮ ਰੂਪਰੇਖਾ 2005 ਦੇ ਨਿਰਦੇਸ਼ਿਤ ਸਿਧਾਂਤ। ਸਟਰਕਚਰ ਤੇ ਸਕੀਮ NCF ਦੀ, ਇਹਦੀਆਂ ਰਿਕਮੈਂਡੇਸ਼ਨਸ ਨੇ। ਪਾਠਕ੍ਰਮ ਨੂੰ ਪੁਨਰ ਨਿਰਮਾਣ ਕਰਨ ਦੀਆਂ ਸਿਫਾਰਸ਼ਾਂ ਨੇ। ਕ੍ਰਿਟੀਕਲ ਪੈਡਾਗੋਜੀ, ਗਾਈਡਲਾਈਨਸ ਫਾਰ ਸਿਲੇਬਸ ਡਿਵੈਲਪਮੈਂਟ ਅਕੋਰਡਿੰਗ ਟੂ NCF 2005। ਪਾਠਕ੍ਰਮ ਵਿਕਾਸ ਲਈ ਅਗਵਾਈ ਬਿੰਦੂ ਕਿਹੜੇ ਕਿਹੜੇ ਨੇ। ਰਾਸ਼ਟਰੀ ਪਾਠਕ੍ਰਮ ਰੂਪਰੇਖਾ 2005 ਦੇ ਗੁਣ ਤੇ ਸੀਮਾਵਾਂ ਦੋਨੇ ਅਲੱਗ-ਅਲੱਗ ਹੋ ਸਕਦੇ ਨੇ। ਫਿਰ ਸੈਕਸ਼ਨ B ਦੀ ਗੱਲ ਕਰਦੇ ਹਾਂ। ਇਹਦੇ 'ਚ ਰਾਸ਼ਟਰੀ ਸਿੱਖਿਆ ਨੀਤੀ 1986 ਦੇ ਅਨੁਸਾਰ ਸਿੱਖਿਆ ਦੇ ਉਦੇਸ਼, ਰਾਸ਼ਟਰੀ ਪਾਠਕ੍ਰਮ ਰੂਪਰੇਖਾ 2005 ਅਨੁਸਾਰ ਸਿੱਖਿਆ ਦੇ ਉਦੇਸ਼, ਰਾਸ਼ਟਰੀ ਸਿੱਖਿਆ ਨੀਤੀ 1986 ਤੇ ਰਾਸ਼ਟਰੀ ਪਾਠਕ੍ਰਮ ਰੂਪਰੇਖਾ 2005 ਦੁਆਰਾ ਸੁਝਾਏ ਗਏ ਸਿੱਖਿਆ ਦੇ ਉਦੇਸ਼ਾਂ ਦੇ ਉੱਤੇ ਚਿੰਤਨ। ਰਾਸ਼ਟਰੀ ਸਿੱਖਿਆ ਨੀਤੀ 1986 ਦੇ ਤੇ ਅਧਿਆਪਨ ਸ਼ਾਸਤਰ, ਰਾਸ਼ਟਰੀ ਪਾਠਕ੍ਰਮ ਰੂਪਰੇਖਾ 2005 ਦਾ ਅਧਿਆਪਨ ਸ਼ਾਸਤਰ, ਰਿਫਲੈਕਸ਼ਨ ਔਨ ਪੈਡਾਗੋਜੀਜ਼ ਆਫ NPE 1986 ਐਂਡ NCF 2005, ਇਹਨਾਂ ਦੇ ਉੱਤੇ ਜਿਹੜੀ ਆ ਚਿੰਤਨ ਕਰਨਾ ਹੈ। ਰਾਸ਼ਟਰੀ ਸਿੱਖਿਆ ਨੀਤੀ 1986 ਦਾ ਮੁਲਾਂਕਣ। ਫਿਰ ਰਾਸ਼ਟਰੀ ਪਾਠਕ੍ਰਮ ਰੂਪਰੇਖਾ 2005 ਵਿੱਚ ਮੁਲਾਂਕਣ। ਫਿਰ CCE ਦੀ ਤੁਸੀਂ ਕਰਨੀ ਆ। ਸਾਡੀ ਪ੍ਰੀਖਿਆ ਵਿਵਸਥਾ ਵਿੱਚ CCE ਨੂੰ ਕਿਉਂ ਰੱਖਿਆ ਗਿਆ ਹੈ। ਨਿਰੰਤਰ ਦੇ ਵਿਆਪਕ ਮੁਲਾਂਕਣ ਦੇ ਸਾਧਨ ਤੇ ਤਕਨੀਕਾਂ ਕਿਹੜੀਆਂ ਨੇ। CCE ਨਾਲ ਸੰਬੰਧਿਤ ਸਮੱਸਿਆਵਾਂ ਕਿਹੜੀਆਂ ਨੇ। ਜਿਹੜਾ CCE ਆ ਉਹਨੂੰ ਠੀਕ ਢੰਗ ਨਾਲ ਲਾਗੂ ਕਰਨ ਲਈ ਕੀ ਉਪਰਾਲੇ ਕੀਤੇ ਗਏ ਨੇ। ਪਾਠ ਪੁਸਤਕਾਂ ਦਾ ਅਰਥ ਤੇ ਪਰਿਭਾਸ਼ਾ, ਪਾਠ ਪੁਸਤਕਾਂ ਦਾ ਸਿੱਖਿਆ ਦਰਸ਼ਨ, ਇਹਨਾਂ ਦਾ ਮਹੱਤਵ, ਪਾਠ ਪੁਸਤਕਾਂ ਦੇ ਉਦੇਸ਼, ਪਾਠ ਪੁਸਤਕ ਦੇ ਅੰਦਰੂਨੀ ਗੁਣ, ਸਧਾਰਨ ਗੁਣ, ਵਿਸ਼ਾ ਵਸਤੂ ਸੰਬੰਧੀ ਗੁਣ, ਪਾਠ ਪੁਸਤਕ ਦੇ ਭਾਸ਼ਾ ਸੰਬੰਧੀ ਗੁਣ, ਇੱਕ ਪਾਠ ਪੁਸਤਕ ਨੂੰ ਵਾਚਨ ਦੇ ਪ੍ਰਭਾਵਸ਼ਾਲੀ ਢੰਗ ਵਜੋਂ ਵਰਤਣਾ, 8ਵੀਂ ਸ਼੍ਰੇਣੀ ਦਾ ਪਾਠਕ੍ਰਮ, ਫਿਰ 9ਵੀਂ ਸ਼੍ਰੇਣੀ ਦਾ ਪਾਠਕ੍ਰਮ, ਪਾਠ ਵਸਤੂ ਤੇ ਚਿੰਤਨ, ਫਿਰ ਹੈਗਾ ਰਿਫਲੈਕਸ਼ਨ ਆਫ ਸਕੂਲ ਟੈਕਸਟ ਬੁੱਕਸ ਵਿਦ ਰਿਸਪੈਕਟ ਟੂ ਜੈਂਡਰ, ਇਨਵਾਇਰਨਮੈਂਟ, ਹੈਲਥ। ਇਹ ਤਿੰਨੇ ਅਲੱਗ-ਅਲੱਗ ਨੇ, 3 ਕੁਐਸਚਨ ਇਹਦੇ ਵਿੱਚ ਤੁਹਾਡੇ। ਫਿਰ ਮੇਕਿੰਗ ਇਨਵਾਇਰਨਮੈਂਟਲ ਐਜੂਕੇਸ਼ਨ ਐਨ ਇਫੈਕਟਿਵ ਐਂਡ ਸੈਕੰਡਰੀ ਸਕੂਲ ਲੈਵਲ ਇਨ ਇੰਡੀਆ, ਭਾਰਤ ਵਿੱਚ ਸੈਕੰਡਰੀ ਸਕੂਲ ਪੱਧਰ ਦੇ ਉੱਤੇ ਵਾਤਾਵਰਨ ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾਉਣਾ ਕਿਸ ਢੰਗ ਨਾਲ ਬਣਾਇਆ ਜਾ ਸਕਦਾ ਹੈ। ਤਾਂ ਇਹ ਸੀਗੇ ਤੁਹਾਡੇ ਕੁਐਸਚਨ ਸੈਕਸ਼ਨ A ਤੇ ਸੈਕਸ਼ਨ B ਦੇ, ਸ਼ਾਰਟ ਤੇ ਲੌਂਗ। ਤਾਂ ਮੈਨੂੰ ਉਮੀਦ ਆ ਕਿ ਤੁਹਾਡਾ ਪੇਪਰ ਆ ਜਿਹੜਾ ਉਹ ਇਸੇ ਢਾਂਚੇ 'ਚ ਬਣ ਕੇ ਆਊਗਾ।
ਕਿਉਂਕਿ ਸਾਰਾ ਹੀ ਸਿਲੇਬਸ ਅਸੀਂ ਡਿਸਕਸ ਕੀਤਾ ਹੈ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਅੱਗੇ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਓਕੇ, ਥੈਂਕਸ।